14,000 रुपया ਤੁਹਾਨੂੰ ਬਿਜਲੀ ਦਾ ਬਿੱਲ ਆਇਆ ਹੈ। ਕੀ ਤੁਸੀਂ ਐਸੀ ਚਲਾਉਂਦੇ ਜੀ? ਉਹ ਤਾਂ ਮੈਂ ਹੈਰਾਨ ਹਾਂ ਜੀ। ਮੈਂ ਸਵੇਰ ਬਿੱਲ ਲਿਆਵਾਂਗਾ ਤੇ 14,000 रुपया ਤੁਹਾਨੂੰ ਬਿੱਲ ਆ ਗਿਆ ਹੈ। ਹਾਂਜੀ 14 ਪੱਖਾ ਚਲਾਉਣ ਦਾ, ਉਹ ਵੀ ਰਾਤ ਨੂੰ ਚਲਾਉਣਾ, ਦਿਨ ਨੂੰ ਕੀ ਨਾਮ ਹੈ ਭਾਈ ਜੀ ਤੁਹਾਡਾ? ਜ਼ਫਰ ਇਕਬਾਲ। ਜ਼ਫਰ ਇਕਬਾਲ, ਕਿੰਨੀ ਉਮਰ ਹੈ ਤੁਹਾਡੀ? ਉਮਰ 45 ਸਾਲ। 45 ਸਾਲ ਤੁਹਾਡੀ ਉਮਰ ਹੈ ਤੇ ਕਿੰਨੀਆਂ ਇੱਟਾਂ ਤੁਸੀਂ ਮੋਢੇ ਤੇ ਲੈ ਕੇ ਆਉਂਦੇ ਪਏ? 25 ਇੱਟਾਂ ਇੱਕ ਗੇੜ 'ਚ ਲੈ ਕੇ ਆਉਂਦੇ ਪਏ। ਕਿੰਨੀ ਮੰਜ਼ਿਲ ਹੈ? ਤੀਸਰੀ ਮੰਜ਼ਿਲ ਤੇ ਇਹ ਠੇਕੇ ਤੇ ਜਾਂ ਦਿਹਾੜੀ ਤੇ? ਠੇਕੇ ਤੇ। 1000 ਦੇ ਕਿੰਨੇ ਪੈਸੇ ਲੈਂਦੇ ਜੀ? 1200 ਰੁਪਿਆ। ਤੇ ਕਿੰਨੀਆਂ ਇੱਟਾਂ ਲੈ ਆਉਂਦੇ ਜੀ ਤਕਰੀਬਨ ਦਿਹਾੜੀ ਦੇ ਵਿੱਚ? ਲੈ ਆਈ ਦੀਆਂ 1500 1800। 1500 1800। ਕੀ ਕਹੋਗੇ ਮਹਿੰਗਾਈ ਦੇ ਬਾਰੇ ਦੇ ਵਿੱਚ? ਮਹਿੰਗਾਈ ਬਹੁਤ ਹੈਗੀ ਆ, ਕੁਛ ਨਹੀਂ ਗੁਜ਼ਾਰਾ ਹੁੰਦਾ। ਭਾਵੇਂ 2000 ਕਮਾਲ ਜਾਏ। ਆਟਾ 150 ਰੁਪਏ ਕਿਲੋ ਮਿਲ ਰਿਹਾ। 2000 ਤੇ ਤੁਸੀਂ ਕਮਾਉਂਦੇ ਜੇ, ਤੇ ਅਸੀਂ ਵੇਖਦੇ ਪਏ ਤੁਹਾਡਾ ਜਿਹੜਾ ਪਸੀਨਾ ਨੁਚੜ ਰਿਹਾ ਜੀ, ਤੁਸੀਂ ਪਸੀਨੇ ਦੇ ਨਾਲ। ਹਾਂਜੀ 2000 ਸੌਖਾ ਤੇ ਨਹੀਂ, ਬਹੁਤ ਔਖਾ ਹੈ ਜੀ। ਤਕਰੀਬਨ ਕੋਈ 600 ਰੁਪਏ ਕਿਲੋ ਤਾਂ ਘਿਓ ਹੈ। ਹਾਂਜੀ ਆਟਾ ਤਕਰੀਬਨ 150 ਰੁਪਏ ਕਿਲੋ ਹੈਗਾ। 150 ਰੁਪਏ ਆਟਾ ਹੈਗਾ ਜੀ। ਫਿਰ ਉਸ ਤੋਂ ਇਲਾਵਾ ਚੀਨੀ, ਬਹੁਤ ਮਹਿੰਗਾਈ ਹੈ ਜੀ। ਬਿਜਲੀ ਦਾ ਬਿੱਲ ਕਿੰਨਾ ਕੁ ਆ ਜਾਂਦਾ ਹੈ? 14,000 ਰੁਪਏ ਆਇਆ। 14,000 ਰੁਪਇਆ ਤੁਹਾਨੂੰ ਬਿਜਲੀ ਦਾ ਬਿੱਲ ਆਇਆ ਬਿਜਲੀ ਹੈ। ਦਾ ਬਿੱਲ ਆਇਆ। ਕੀ ਤੁਸੀਂ ਐਸੀ ਚਲਾਉਂਦੇ ਜੀ? ਉਹ ਤਾਂ ਮੈਂ ਹੈਰਾਨ ਹਾਂ ਜੀ। ਮੈਂ ਸਵੇਰ ਬਿੱਲ ਲਿਆਵਾਂਗਾ ਤੇ 14,000 ਰੁਪਇਆ ਤੁਹਾਨੂੰ ਬਿੱਲ ਆ ਗਿਆ ਹੈ। ਹਾਂਜੀ 14 ਪੱਖਾ ਚਲਾਉਣ ਦਾ, ਉਹ ਵੀ ਰਾਤ ਨੂੰ ਚਲਾਉਣਾ, ਦਿਨ ਨੂੰ ਤਾਂ ਤੁਹਾਡੇ ਨਸੀਬ 'ਚ ਹੀ ਨਹੀਂ ਹੈਗਾ। ਰਾਤ ਨੂੰ ਹੀ ਕਿ ਹੋਣਾ ਤੇ ਵੀ ਦਿਨ ਨੂੰ ਤਾਂ ਤੁਸੀਂ ਵਿਚਾਰੇ ਮਜ਼ਦੂਰੀ ਤੇ ਹੁੰਦੇ ਜੇ। ਹਾਂਜੀ ਤੇ 14,000 ਰੁਪਇਆ ਬਿੱਲ ਆ ਗਿਆ। 14,000 ਰੁਪਏ। ਉੱਤੋਂ ਤੇਲ ਦੀਆਂ ਕੀਮਤਾਂ ਹੋਰ ਵਧਾਤੀਆਂ ਨੇ ਗਵਰਨਮੈਂਟ ਨੇ। ਤੇਲ ਵੀ 20 ਰੁਪਏ ਵੱਧ ਗਿਆ। ਤੇ ਇਹ ਜਿਹੜੀ ਸਾਡੇ ਹੁਕਮਰਾਨ ਨੇ, ਇਹ ਤਾਂ ਦੱਸਣ ਵੀ ਅਸੀਂ ਮੀਆਂ ਆਵੇਗਾ ਤੇ ਲੱਗ ਪਤਾ ਜਾਵੇਗਾ। ਹਾਂਜੀ ਤੁਸੀਂ ਆਪਾਂ ਮਰੀਮ ਨਵਾਜ਼ ਨੂੰ ਲੈਣ ਗਏ ਸੀ ਜੀ। ਹਾਂ, ਇਹ ਵਾਅਦਾ ਕੀਤਾ ਸੀ ਕਿ ਮਹਿੰਗਾਈ ਘਟਾਵਾਂਗੇ। ਮਹਿੰਗਾਈ ਘਟਾਵਾਂਗੇ। ਤਾਂ ਤੇਜ਼ ਹੋ ਗਈ। ਮਹਿੰਗਾਈ ਹੋਰ ਤੇਜ਼ ਕਰ ਦਿੱਤੀ। ਕੁਛ ਨਹੀਂ ਬਣਦਾ ਮਜ਼ਦੂਰ ਗਰੀਬ ਆਦਮੀ। ਕੁਛ ਨਹੀਂ ਬਣਦਾ। ਦਵਾਈ ਵੀ ਲੈਣੀ ਬੱਚਿਆਂ ਦੀ, ਹਾਂਜੀ ਕੋਈ ਖਾਣ ਪੀਣ, ਸਬਜ਼ੀ, ਆਟਾ, ਚੀਨੀ ਆਇਆ ਗਿਆ, ਖੁਸ਼ੀ ਗਮੀ, ਹਾਂਜੀ ਤੇ ਬਿੱਲ 14,000 ਰੁਪਇਆ। 14,000 ਰੁਪਏ ਬਿੱਲ ਆ ਗਏ ਜੀ। ਦਿਖਾ ਦਿਆਂਗੇ ਸੁਬਾਹ। ਲਓ ਜੀ, ਇਹ ਬੰਦਾ ਜਿਹੜਾ ਨਾ ਸਾਡਾ ਭਾਈ ਦੋਸਤ ਜਿਹੜਾ ਤਕਰੀਬਨ 45-50 ਸਾਲ ਉਮਰ ਹੈ ਇਹਦੀ। ਪਿਛਲੀ ਦਫਾ ਜੀ 3100 ਤਕਰੀਬਨ ਬਿੱਲ ਮੈਂ ਤਾਰਿਆ ਜੀ। ਪਿਛਲੀ ਵਾਰੀ 3100 ਆਇਆ ਸੀ। ਹਾਂਜੀ ਇਹ ਮਹੀਨੇ ਦਾ ਹੁਣ ਆਇਆ 14। ਇਹ ਮਹੀਨੇ ਦਾ 14,000 ਰੁਪਇਆ ਹੈ। ਅਸੀਂ ਤਾਂ ਸਮਝਿਆ ਕਿ ਸ਼ਾਇਦ 2-3 ਮਹੀਨਿਆਂ ਦਾ ਆਇਆ। ਨਹੀਂ ਜੀ ਨਹੀਂ, ਮੈਂ ਮਹੀਨੇ ਦੇ ਦਿੰਦਾ। ਬੜੀ ਸ਼ਰਮ ਵਾਲੀ ਗੱਲ ਹੈ ਹੁਕੂਮਤਾਂ ਵਾਸਤੇ ਕਿ ਜਿਹੜਾ ਗਰੀਬ ਬੰਦਾ ਹੈ, ਕਮ ਅਜ਼ ਕਮ ਉਹਨਾਂ ਦੇ ਬਿੱਲ ਤਾਂ ਜਿਹੜੇ ਨੇ ਥੋੜੇ ਕਰਨੇ ਚਾਹੀਦੇ ਨੇ। ਵੀ ਜਿਹੜੇ ਵਿਚਾਰੇ ਮਜ਼ਦੂਰ ਨੇ, ਉਹਨਾਂ ਦੇ ਜਿਹੜੇ ਬਿੱਲ ਨੇ ਉਹਨਾਂ ਵਿੱਚ ਤਾਂ ਕੋਈ ਰਾਹਤ ਹੋਣੀ ਚਾਹੀਦੀ। ਇਹ ਸਾਰਿਆਂ ਨੂੰ ਇੱਕੋ ਹੀ ਖਾਤੇ ਵਿੱਚ ਰੱਖੀ ਖੜੇ ਨੇ। ਤੇ ਇਸ ਗਰਮੀ ਦੇ ਵਿੱਚ, ਜੂਨ ਜੁਲਾਈ ਦੇ ਵਿੱਚ ਜਿਹੜਾ ਕੰਮ ਕਰਨਾ ਬੜਾ ਔਖਾ ਹੈ ਜੀ। ਤੇ ਤੁਸੀਂ ਇਸ ਬੰਦੇ ਦੀ ਗੱਲਬਾਤ ਸੁਣੀ ਕਿ 14,000 ਰੁਪਈਆ ਇਸ ਬੰਦੇ ਨੂੰ ਬਿਜਲੀ ਦਾ ਬਿੱਲ ਆਇਆ ਤੇ ਇਹ 25 ਤੋਂ 30 ਇੱਟਾਂ ਵਿਚਾਰਾ ਮੋਢਿਆਂ ਤੇ ਚੁੱਕ ਤੇ ਤੀਸਰੀ ਚੌਥੀ ਮੰਜ਼ਿਲ ਤੇ ਸਿੱਟਦਾ। ਜਿਹੜਾ ਬੰਦਾ ਇਸ ਗਰਮੀ ਦੇ ਵਿੱਚ ਕਿ ਮਜ਼ਦੂਰੀ ਕਰਦਾ, ਖੂਨ ਪਸੀਨੇ ਦੀ ਕਮਾਈ ਹੱਕ ਹਲਾਲ ਦੀ, ਜਿਹਨੂੰ ਪਤਾ ਨਹੀਂ ਬੇਈਮਾਨੀ ਕਰਨੀ ਕਿਵੇਂ ਤੇ ਬੇਈਮਾਨੀ ਹੁੰਦੀ ਕੀ ਹੈ, ਜਿਹਨੂੰ ਕਰਪਸ਼ਨ ਦਾ ਨਹੀਂ ਪਤਾ, ਜਿਹਨੇ ਮੁਲਕ ਦਾ ਕੋਈ ਪੈਸਾ ਨਹੀਂ ਖਾਦਾ, ਚੋਰੀ ਨਹੀਂ ਕੀਤੀ, ਡਾਕਾ ਨਹੀਂ ਮਾਰਿਆ, ਆਪਣੇ ਬੱਚਿਆਂ ਨੂੰ ਹੱਕ ਹਲਾਲ ਦੀ ਕਮਾਈ ਕਰਕੇ ਖਵਾਉਂਦੇ ਨੇ ਤੇ ਪਸੀਨੇ ਦੇ ਨਾਲ ਨੁੱਚੜ ਜਾਂਦੇ ਨੇ। ਇਹਨਾਂ ਦਾ ਖੂਨ ਹੈ ਜਿਹੜਾ ਇਸ ਪਸੀਨੇ ਦੇ ਵਿੱਚ ਸ਼ਾਮਲ ਹੈ। ਤੇ ਸਾਡੀ ਜਿਹੜੀ ਹਕੂਮਤਾਂ ਨੇ ਉਹਨਾਂ ਨੂੰ ਨਾ ਕੋਈ ਸ਼ਰਮ ਹੈ, ਨਾ ਕੋਈ ਹਯਾ ਹੈ ਵੀ 14,000 15,000 ਰੁਪਈਆ ਇਹਨਾਂ ਬੰਦਿਆਂ ਨੂੰ ਬਿੱਲ ਨੇ। ਆਪਦੀਆਂ ਉਹਨਾਂ ਦੇ ਬਿੱਲ ਵੀ ਮਾਫ ਨੇ, ਗੱਡੀਆਂ ਦੇ ਤੇਲ ਵੀ ਮਾਫ ਨੇ, ਗੱਡੀਆਂ ਵੀ ਉਹਨਾਂ ਨੂੰ ਫ੍ਰੀ ਨੇ, ਰੈਸ਼ਾਂ ਵੀ ਫ੍ਰੀ ਨੇ, ਖਾਣ ਪੀਣ ਵੀ ਫ੍ਰੀ ਨੇ। ਤੇ ਉਹ ਹੁਕਮਰਾਨ ਜਿਹੜੇ ਏਸੀ ਵਾਲੇ ਕਮਰੇ ਦੇ ਵਿੱਚ ਬਹਿ ਕੇ ਤੇ ਸਾਡੇ ਵਾਸਤੇ ਕਾਨੂੰਨ ਬਣਾਉਂਦੇ ਨੇ, ਸਾਡੇ ਵਾਸਤੇ ਜਿਹੜੇ ਮਨਸੂਬੇ ਬਣਾਉਂਦੇ ਨੇ ਮਹਿੰਗਾਈ ਦੇ, ਉਹਨਾਂ ਨੂੰ ਚਾਹੀਦਾ ਕਿ ਕਿਸੇ ਦਿਨ ਇੱਕ ਦਿਨ ਆਉਣ ਮਜ਼ਦੂਰਾਂ ਦੇ ਕੋਲੇ ਤੇ ਆ ਕੇ ਇੱਥੇ ਮਜ਼ਦੂਰੀ ਕਰਨ ਤੇ ਉਹਨਾਂ ਨੂੰ ਪਤਾ ਲੱਗੇ ਵੀ ਮਹਿੰਗਾਈ ਹੁੰਦੀ ਕੀ ਚੀਜ਼ ਹੈ। ਤੁਸੀਂ ਵੇਖ ਸਕਦੇ ਸਾਰੇ ਮਜ਼ਦੂਰ ਤੇ ਮਿਸਤਰੀ ਵਿਚਾਰੇ ਆ ਧੁੱਪ ਦੇ ਵਿੱਚ ਲੱਗੇ ਹੋਏ ਨੇ। ਕੋਈ ਵਿਚਾਰਾ ਮਸਾਲਾ ਬਣਾ ਰਿਹਾ, ਕੋਈ ਇੱਟਾਂ ਲਿਆ ਰਿਹਾ। 1000 ਰੁਪਈਆ ਇਹਨਾਂ ਦੀ ਦਿਹਾੜੀ ਹੈ ਤੇ ਕੋਈ ਇਹਨਾਂ ਨੂੰ ਫ੍ਰੀ ਮੈਡੀਕਲ ਨਹੀਂ ਹੈਗਾ, ਕੋਈ ਇਹਨਾਂ ਨੂੰ ਰਿਲੀਫ ਨਹੀਂ ਹੈਗਾ, ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਹੈ। ਤੇ ਇਹ ਉਹ ਲੋਕ ਨੇ ਜਿਹੜੇ ਸਾਡੇ ਵਾਸਤੇ ਘਰ ਬਣਾਉਂਦੇ ਨੇ। ਅਸੀਂ ਖੂਬਸੂਰਤ ਘਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਰਾਇਸ਼ ਪਜ਼ੀਰ ਹੁੰਦੇ ਹਾਂ, ਉਹ ਇਹਨਾਂ ਦੇ ਜਿਹੜਾ ਖੂਨ ਹੈ ਨਾ, ਉਹ ਸਾਡੀਆਂ ਜਿਹੜੀ ਬਿਲਡਿੰਗਾਂ ਨੇ ਉਹਨਾਂ ਦੀ ਨੀਹਾਂ ਦੇ ਵਿੱਚ ਸ਼ਾਮਲ ਹੁੰਦਾ ਹੈ। ਸਾਡੇ ਘਰਾਂ ਨੂੰ ਬਣਾਉਣ ਦੇ ਵਿੱਚ ਇਹਨਾਂ ਦਾ ਬੜਾ ਅਹਿਮ ਕਿਰਦਾਰ ਹੁੰਦਾ ਹੈ। ਸਾਡੇ ਜਿਹੜੇ ਕੋਠੀਆਂ ਬੰਗਲੇ ਨੇ ਉਹ ਇਹਨਾਂ ਦੀਆਂ ਮਜ਼ਦੂਰੀਆਂ ਨਾਲ ਹੀ ਬਣਦੇ ਨੇ। ਫਿਰ ਇਹਨਾਂ ਦੀ ਮਜ਼ਦੂਰੀ ਉਹ ਹੁੰਦੀ ਹੈ ਜਿਹਦੇ ਵਿੱਚ ਕਿਸੇ ਕਿਸਮ ਦੀ ਕੋਈ ਬੇਈਮਾਨੀ ਨਹੀਂ ਹੁੰਦੀ।
ਸਿਰਫ ਇਹਨਾਂ ਦੀ ਮਿਹਨਤ ਸ਼ਾਮਲ ਹੁੰਦੀ ਹੈ, ਇਹਨਾਂ ਦਾ ਖੂਨ ਪਸੀਨਾ ਸ਼ਾਮਲ ਹੁੰਦਾ ਹੈ। ਲੇਕਿਨ ਅਸੀਂ ਜਿਹੜੇ ਨਾ ਬਿਲਕੁਲ ਇਹਨਾਂ ਲੋਕਾਂ ਦੇ ਬਾਰੇ 'ਚ ਕੁਝ ਨਹੀਂ ਸੋਚਦੇ। ਸਾਡੀਆਂ ਹੁਕੂਮਤਾਂ ਕੁਝ ਨਹੀਂ ਸੋਚਦੀਆਂ, ਨਾ ਇਹਨਾਂ ਨੂੰ ਕਿਸੇ ਕਿਸਮ ਦਾ ਕੋਈ ਰਿਲੀਫ ਦਿੱਤਾ ਜਾਂਦਾ ਬਿਜਲੀ ਦੀ ਸੂਰਤ ਦੇ ਵਿੱਚ, ਜਾਂ ਕਿਸੇ ਆਪਣਾ ਮੈਡੀਕਲ ਦੀ ਸੂਰਤ ਦੇ ਵਿੱਚ, ਜਾਂ ਕੋਈ ਹੋਰ ਸਹੂਲਤ ਹੋਵੇ, ਜਾਂ ਕੋਈ ਐਸਾ ਮਨਸੂਬਾ ਹੋਵੇ ਜਿਹੜਾ ਸਿਰਫ ਗਰੀਬਾਂ ਵਾਸਤੇ ਬਣਾਇਆ ਜਾਵੇ। ਇਹ ਜਿਹੜੀ ਵੀ ਹੁਕੂਮਤ ਸਾਡੀ ਨਵੀਂ ਆਂਦੀ ਏ, ਉਸ ਆਂਦਿਆਂ ਹੀ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਉਹ ਵਧਾਉਂਦੀ, ਸਭ ਤੋਂ ਪਹਿਲੇ ਪੈਨਸ਼ਨਾਂ ਵਧਾ ਦਿੰਦੀ ਹੈ। ਲੇਕਿਨ ਇਹਨਾਂ ਮਜ਼ਦੂਰਾਂ ਦੀਆਂ ਜਿਹੜੇ ਨਾ ਤਾਂ ਤਨਖਾਹਾਂ ਵਧੀਆਂ ਨੇ, ਉਹ ਸਿਰਫ ਕਾਗਜ਼ਾਂ ਦੇ ਵਿੱਚ ਕਹਿ ਦਿੰਦੇ ਨੇ ਕਿ ਭਾਈ ਜਾਨ ਦਿਹਾੜੀ ਇੰਨੀ ਹੋ ਗਈ, ਹੁਣ ਦਿਹਾੜੀ ਇੰਨੀ ਮਿਲਿਆ ਕਰੇਗੀ। ਕੌਣ ਦਿੰਦਾ ਇਹਨਾਂ ਨੂੰ ਦਿਹਾੜੀ? ਉਹ ਲੈ ਕੇ ਕਿਹਨੇ ਦੇਣੀ ਹੈ? ਹੁਕੂਮਤ ਦਾ ਕੰਮ ਹੈ, ਲੇਕਿਨ ਹੁਕੂਮਤ ਉਹਦੇ 'ਤੇ ਕੋਈ ਅਮਲ ਨਹੀਂ ਕਰਦੀ। ਤੇ ਅਸੀਂ ਜਿਹੜਾ ਹੁਕੂਮਤ ਹੈ ਉਹਨੂੰ ਇਹ ਮੈਸੇਜ ਦਿੰਦੇ ਹਾਂ ਕਿ ਇਹਨਾਂ ਗਰੀਬਾਂ ਦੇ ਬਾਰੇ ਵਿੱਚ ਵੀ ਕੋਈ ਸੋਚੇ, ਤੇ ਇਹਨਾਂ ਵਾਸਤੇ ਵੀ ਕੋਈ ਇੱਕ ਲਹਿਦਾ ਜਿਹੜਾ ਮਨਸੂਬਾ ਹੈ, ਜਾਂ ਕੋਈ ਇਹਨਾਂ ਵਾਸਤੇ ਕੋਈ ਲਹਿਦਾ ਕਲੋਨੀ ਬਣਾਈ ਜਾਵੇ ਜਿਹੜੀ ਇਹਨਾਂ ਗਰੀਬਾਂ ਨੂੰ ਸਸਤੇ ਕਿਰਾਇਆਂ ਤੇ ਦਿੱਤੀ ਜਾਵੇ। ਵੀ ਥੋੜ੍ਹੇ ਥੋੜ੍ਹੇ ਕਿਰਾਇਆਂ ਤੇ ਇਹਨਾਂ ਨੂੰ ਘਰ ਦਿੱਤੇ ਜਾਵਣ, ਇਹਨਾਂ ਵਾਸਤੇ ਲਹਿਦਾ ਕਲੋਨੀਆਂ ਬਣਾਈਆਂ ਜਾਵਣ, ਇਹਨਾਂ ਵਾਸਤੇ ਲਹਿਦਾ ਮੈਡੀਕਲ ਜਿਹੜੇ ਨੇ ਕਾਰਡ ਫ੍ਰੀ ਉਹ ਬਣਾਏ ਜਾਵਣ। ਬਿਜਲੀ ਇਹਨਾਂ ਵਾਸਤੇ ਜਿਹੜੀ ਕਮ ਅਜ਼ ਕਮ ਅੱਧੀ ਕੀਮਤ 'ਤੇ ਕੀਤੀ ਜਾਵੇ, ਅਗਰ ਫ੍ਰੀ ਨਹੀਂ ਕਰ ਸਕਦੇ ਤਾਂ। ਅਗਰ ਸਰਕਾਰੀ ਦਫ਼ਤਰਾਂ ਨੂੰ ਫ੍ਰੀ ਦੇ ਸਕਦੇ ਨੇ ਤੇ ਇਹਨਾਂ ਗਰੀਬਾਂ ਨੂੰ ਕਮ ਅਜ਼ ਕਮ ਅੱਧੀ ਕੀਮਤ 'ਤੇ ਚਲੋ ਦੇ ਦੇਵਣ। ਬਈ ਇਹ ਵਿਚਾਰੇ ਮਜ਼ਦੂਰ ਨੇ, ਕਦੇ ਲੱਗੀ ਕਦੇ ਨਾ ਲੱਗੀ। ਚਲੋ ਵੇਖਦੇ ਹੁਣ ਵੀ ਸਾਡਾ ਜਿਹੜਾ ਮੈਸੇਜ ਹੈ ਉਹ ਸਾਡਾ ਕੰਮ ਸੀ ਹੁਕੂਮਤ ਤੱਕ ਪਹੁੰਚਾ ਦੇਣਾ। ਇਹ ਇਹਨਾਂ ਮਜ਼ਦੂਰਾਂ ਦੀ ਆਵਾਜ਼ ਸੀ, ਤੇ ਅੱਗੇ ਜਿਹੜੇ ਸਾਡੀਆਂ ਹੁਕੂਮਤਾਂ ਨੇ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਵਾਸਤੇ ਕੋਈ ਰਿਲੀਫ ਹੈ ਜਿਹੜਾ ਉਹਦੇ ਮੌਕੇ ਪੈਦਾ ਕਰਨ।